गौड़ी। जीवत मरै मरै फुन जीवै, ऐसे सुन समाया। अंजन माहे निरंजन रहिए, बहुड़ न भवजल पाया। मेरे राम ऐसा खीर बिलोइयै, गुरमत मनुआ स्थिर राखो। इन बिद अमृत पियोइयै रहाओ। गुर कै बाण बजर कल छेदी, प्रगटिया पद परगासा। सख्त अंधेर जेवड़ी भ्रम चूका, निश्चल शिव कर बासा। निश्चल शिव कर बासा, तिन बिन बाण तनख चढ़ाइया। इहो जग बेदया पाई, दह दिस बूढ़ी पवन चलावै। डोर रही लिव लाई, उन मन मनुआ सुन समाना। दुविधा दुर्मत भागी, कहो कबीर अनभव एक देखिया। राम नाम लिव लागी। शब्द गुरु रूहानियत दे रहबर श्री गुरु ग्रंथ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗਿਓ, ਲੜੀਵਾਰ ਵਿਚਾਰ ਵਿੱਚੋਂ ਜੋ ਪਾਵਨ ਸ਼ਬਦ ਆਪ ਜੀ ਨੇ ਸਰਵਨ ਕੀਤਾ ਹੈ, ਇਹ ਅੰਮ੍ਰਿਤਮਈ ਬਾਣੀ ਭਗਤ ਕਬੀਰ ਜੀ ਨੇ ਉਚਾਰਨ ਕੀਤੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਗੌੜੀ ਰਾਗ ਵਿੱਚ ਇਹ ਅੰਮ੍ਰਿਤ ਬਚਨ ਸੁਭਾਏਮਾਨ ਨੇ। ਭਗਤ ਕਬੀਰ ਜੀ ਨੇ ਅੱਜ ਦੇ ਸ਼ਬਦ ਵਿੱਚ ਕਿਸੇ ਜਗਿਆਸੂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ। ਕਿਵੇਂ ਉਹਨਾਂ ਨੇ ਇਹ ਉੱਤਮ ਅਵਸਥਾ ਪ੍ਰਾਪਤ ਕੀਤੀ ਹੈ, ਇਸ ਸੰਬੰਧ ਵਿੱਚ ਸਾਰਾ ਸ਼ਬਦ ਹੈ। ਕਿਸੇ ਨੇ ਪੁੱਛਿਆ, ਲੱਗਦਾ ਹੈ ਕਿਵੇਂ ਜੀਵਨ ਦਾ ਮਨੋਰਥ ਸਿੱਧ ਹੋ ਸਕਦਾ ਹੈ, ਕਿਵੇਂ ਬੰਦਾ ਸੁੰਨ ਵਿੱਚ ਸਮਾ ਸਕਦਾ ਹੈ, ਕਿਵੇਂ ਇਸ ਭਵ ਸਾਗਰ ਤੋਂ ਪਾਰ ਜਾਇਆ ਜਾ ਸਕਦਾ ਹੈ। ਇਹ ਅੰਦਰ ਜੋ ਬੰਦੇ ਦੇ ਇੱਕ ਬਹੁਤ ਮਹਾਨ ਕਲਪਨਾ ਦਾ ਕਿਲਾ ਹੈ, ਇਹਨੂੰ ਕਾਹਦੇ ਨਾਲ ਤੋੜਿਆ ਜਾ ਸਕਦਾ ਹੈ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਵਿੱਚ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਜੀਵਤ ਮਰੈ, ਸਰੀਰ ਦੇ ਜਿੰਨੇ ਵੀ ਸਵਾਦ ਨੇ, ਇਹਨਾਂ ਵੱਲੋਂ ਇਹਨਾਂ ਨੂੰ ਨਾਸ਼ਮਾਨ ਸਮਝ ਕੇ ਛੱਡ ਕੇ ਸਰੀਰ ਦੇ ਜੀਵਨ ਵੱਲੋਂ ਇਉਂ ਸਮਝੋ, ਜੇ ਕੋਈ ਵਿਅਕਤੀ ਮਰ ਜਾਏ ਤੇ ਉਸ ਮੌਤ ਤੋਂ ਬਾਅਦ ਇੱਕ ਨਵਾਂ ਜੀਵਨ ਸ਼ੁਰੂ ਹੁੰਦਾ ਹੈ, ਜਿਸ ਨੂੰ ਕਬੀਰ ਜੀ ਅਨੁਭਵ ਦੇਖਿਆ ਕਹਿੰਦੇ ਨੇ। ਭਾਵ ਉਹਨਾਂ ਨੇ ਆਪਣੀ ਤਜਰਬੇ ਵਿੱਚ, ਆਪਣੇ ਜੀਵਨ ਵਿੱਚ ਉਸ ਅਵਸਥਾ ਨੂੰ ਹੰਢਾ ਕੇ ਵੇਖਿਆ ਜਿੱਥੇ ਸਰੀਰ ਦੀ ਇੱਕ ਮੌਤ ਤੋਂ ਬਾਅਦ ਨਵੇਂ ਸਰੀਰ ਦਾ ਜਨਮ ਹੁੰਦਾ ਹੈ, ਨਵੀਂ ਦੁਨੀਆ ਨਾਲ ਸੰਬੰਧ ਜੁੜਦਾ ਹੈ। ਕਬੀਰ ਜੀ ਇਸ ਪਾਵਨ ਸ਼ਬਦ ਵਿੱਚ ਕੀ ਕਿਰਪਾ ਕਰ ਰਹੇ ਨੇ, ਆਓ ਸਾਧ ਸੰਗਤ ਵਿਸਤਾਰ ਵਿੱਚ ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਸਾਧ ਸੰਗਤ ਕਰੋ ਕਿਰਪਾਲਤਾ, ਰਸਨਾ ਕਰੋ ਪਵਿੱਤਰ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੀਵਤ ਮਰੈ ਮਰੈ ਫੁਨ ਜੀਵੈ, ਐਸੇ ਸੁਨ ਸਮਾਇਆ। ਇਸ ਪੰਕਤੀ ਵਿੱਚ ਸੁਨ ਵਿੱਚ ਜਾਣ ਵਾਸਤੇ ਪ੍ਰਯੋਜਨ ਹੈ ਕਿ ਮਨੁੱਖ ਨੇ ਸੁਨ ਵਿੱਚ ਜਾਣਾ ਹੈ। ਇਹ ਜਿਹੜਾ ਸੁਨ ਸ਼ਬਦ ਹੈ, ਇਹਦੇ ਅਰਥ ਬਹੁਪੱਖੀ ਨੇ। ਸੁਨ ਦਾ ਅਰਥ ਗਿਣਤੀ ਦਾ ਸ਼ੂਨਿਆ ਵੀ ਹੈ, ਜਿਹਨੂੰ ਆਪਾਂ ਜ਼ੀਰੋ ਕਹਿੰਦੇ ਹਾਂ। ਸੁਨ ਦਾ ਅਰਥ ਖਾਲੀ ਥਾਂ ਵੀ ਹੈ, ਜਿਸ ਥਾਂ ਵਿੱਚ ਕੁਝ ਨਾ ਹੋਵੇ। ਤੇ ਸੁਨ ਦਾ ਅਰਥ ਆਖਰੀ ਅਵਸਥਾ ਵੀ ਹੈ, ਜਿਹਦੇ ਤੋਂ ਅੱਗੇ ਹੋਰ ਕੁਝ ਨਹੀਂ ਹੈ।
ਇਹ ਤਿੰਨ ਚੀਜ਼ਾਂ, ਤਿੰਨ ਅਰਥ ਨੇ। ਇੱਕ ਤੇ ਸੁੰਨ ਦੇ ਅਰਥ ਨੇ ਸ਼ੂन्य ਹੈ, ਜ਼ੀਰੋ। ਦੂਸਰਾ ਸੁੰਨ ਦਾ ਅਰਥ ਹੈ ਖਾਲੀ ਥਾਂ, ਤੇ ਤੀਸਰਾ ਸੁੰਨ ਦਾ ਅਰਥ ਹੈ ਗੁਰੂ ਕੇ ਸਵਾਰਿਓ, ਜਿਸ ਤੋਂ ਅੱਗੇ ਜਾਣ ਲਈ ਕੁਝ ਨਹੀਂ ਬਚਦਾ, ਜਿੱਥੇ ਆਖਰੀ ਅਵਸਥਾ ਆ ਜਾਂਦੀ ਹੈ, ਉਹਨੂੰ ਸੁੰਨ ਕਹਿੰਦੇ। ਕਿਉਂਕਿ ਪਰਮੇਸ਼ਰ ਦੀ ਜਿਹੜੀ ਖਾਸ ਅਵਸਥਾ ਹੈ ਉਹ ਸੁੰਨ ਹੈ। ਸੁੰਨ ਸਮਾਧੀ ਆਪ, ਉਹ ਆਪ ਕਿਹੜੀ ਅਵਸਥਾ ਵਿੱਚ ਰਹਿੰਦਾ ਉਹਨੂੰ ਸੁੰਨ ਕਹਿੰਦੇ। ਧਿਆਨ ਦਿਓ, ਜਿੰਨੀਆਂ ਵੀ ਗਿਣਤੀਆਂ ਨੇ ਉਹ ਸਿਰੇ ਨਹੀਂ ਲਾਉਂਦੀਆਂ, ਭਾਵੇਂ ਅੱਗੇ ਆਪਾਂ ਜਿੰਨਾ ਮਰਜ਼ੀ ਚਲੇ ਜਾਈਏ, 1 ਤੋਂ ਲੈ ਕੇ 1000 ਤੱਕ, ਲੱਖ ਤੱਕ, ਕਰੋੜ ਤੱਕ, ਅਰਬ ਤੱਕ, ਖਰਬ ਤੱਕ, ਨੀਲ ਤੱਕ, ਅਨੀਲ ਤੱਕ, ਇਹਨੂੰ ਜਿੰਨਾ ਮਰਜ਼ੀ ਅੱਗੇ ਗਿਣੀ ਜਾਈਏ, ਪਰ ਬੰਦੇ ਨੂੰ ਥੋ ਨਹੀਂ ਲੱਗਦਾ ਵੀ ਅੱਗੇ ਹੋਰ ਫਿਰ ਗਿਣਤੀ ਵੱਜ ਜਾਂਦੀ ਹੈ। ਮਨੁੱਖ ਦੇ ਜੀਵਨ ਦਾ ਸਵਾਲ ਨਹੀਂ ਹੱਲ ਕਰਦੀ ਅੱਗੇ ਵਾਲੀ ਗਿਣਤੀ। ਅੱਗੇ ਗਿਆ ਮਨੁੱਖ ਕਦੀ ਵੀ ਜੀਵਨ ਵਿੱਚ ਪ੍ਰਾਪਤੀ ਨਹੀਂ ਕਰ ਸਕਦਾ, ਜਿੰਨਾ ਮਰਜ਼ੀ ਗਿਣ ਲੈ, ਜਿੰਨਾ ਮਰਜ਼ੀ ਦੌੜਦਾ ਰਹੇ ਅੱਗੇ ਮੂੰਹ ਕਰਕੇ। ਸਾਰੀ ਗਿਣਤੀ ਦਾ ਮੁੱਢ ਜ਼ੀਰੋ ਹੈ। ਭਾਵੇਂ ਅਸੀਂ ਕਹਿੰਦੇ ਹਾਂ 1 ਤੋਂ ਗਿਣਤੀ ਸ਼ੁਰੂ ਹੁੰਦੀ, ਜਿੰਨੀ ਵੀ ਗਿਣਤੀ ਹੈ ਹਿਸਾਬ ਦੇ ਅੰਦਰ, ਮੈਥ ਦੇ ਅੰਦਰ, ਜੇ ਉਹਨੂੰ ਅੱਗੇ ਨੂੰ ਗਿਣੀਏ ਤੇ ਬੰਦਾ ਥੱਕ ਟੁੱਟ ਜਾਏਗਾ, ਪਰ ਉਹਦੀ ਅੰਤ ਨਹੀਂ ਆਏਗਾ। ਨਾ ਉਹਦੇ ਬਾਰੇ ਹੱਲ ਕੀਤਾ ਜਾਏਗਾ ਵੀ ਇਥੋਂ ਤੱਕ ਅਸਾਂ ਗਿਣ ਲਿਆ, ਇਦੋਂ ਅੱਗੇ ਹੁਣ ਗਿਣਤੀ ਖਤਮ ਹੋ ਗਈ ਹੈ, ਐਸਾ ਨਹੀਂ ਕਿਹਾ ਜਾ ਸਕਦਾ। ਤੇ ਜੇ ਕੋਈ ਪ੍ਰਾਪਤੀ ਕਰਨੀ ਹੈ ਤੇ ਸਾਨੂੰ ਅੱਗੇ ਜਾਣ ਦੀ ਬਜਾਏ ਵਾਪਸ ਮੁੜਨਾ ਪਏਗਾ। ਵਾਪਸ ਦਾ ਅਰਥ ਜਿੱਥੋਂ ਇਹ ਗਿਣਤੀ ਸ਼ੁਰੂ ਹੋਈ ਸੀ। ਇਹ ਜਿਹੜਾ ਸਾਡਾ ਜੀਵਨ ਹੈ ਨਾ, ਇਹ ਜਿਵੇਂ ਆਪਾਂ ਤੁਰ ਰਹੇ ਹਾਂ ਬਾਹਰੀ ਦੁਨੀਆ ਦੇ ਨਾਲ ਸੰਬੰਧਿਤ ਹੋ ਕੇ, ਜਿੰਨੇ ਜਨਮ ਧਾਰਨ ਕਰ ਰਹੇ ਹਾਂ, ਜਿੰਨੀਆਂ ਵਾਸ਼ਨਾਵਾਂ ਵੱਧ ਰਹੀਆਂ ਨੇ, ਇਹ ਇਸ ਤਰ੍ਹਾਂ ਜਿਵੇਂ ਗਿਣਤੀ ਨੂੰ ਅੱਗੇ ਗਿਣਦੇ ਜਾਈਏ, ਪਰ ਅੱਗੇ ਕਦੀ ਗਿਣਤੀਆਂ ਨਹੀਂ ਮੁੱਕਦੀਆਂ। ਗਿਣਤੀ ਵਿੱਚ ਟਿਕਾ ਉਦੋਂ ਆਉਂਦਾ ਜਦੋਂ ਬੰਦਾ ਪਿਛਾਂ ਨੂੰ ਗਿਣਨਾ ਸ਼ੁਰੂ ਕਰ ਦਿੰਦਾ ਹੈ, ਵਾਪਸ ਆਉਣਾ ਸ਼ੁਰੂ ਕਰ ਦਿੰਦਾ ਹੈ। 10 ਤੋਂ 9, 8, 7, 6, 5। ਇਸ ਲਈ ਕੁਝ ਲੋਕ ਇਸ ਚੀਜ਼ ਦਾ ਅਭਿਆਸ ਕਰਾਉਂਦੇ ਨੇ ਕਿ ਮਨ ਨੂੰ ਟਿਕਾਣ ਵਾਸਤੇ ਵਾਪਸ ਦੀ ਗਿਣਤੀ ਕਰੋ, 100 ਤੋਂ ਲੈ ਕੇ ਪਿਛਾਂ। ਇਥੋਂ ਤੱਕ ਮਨਸਵਿਦ ਜਿਹੜੇ ਨੇ, ਜਿਹੜੇ ਮਨਸਵਿਦ ਕਾਉਂਸਲਿੰਗ ਕਰਦੇ ਨੇ ਮਾਨਸਿਕ ਰੋਗੀਆਂ ਦੇ ਨਾਲ, ਉਹ ਵੀ ਇਹ ਤਰੀਕਾ ਦੱਸਦੇ ਨੇ। ਇਹਦਾ ਕਾਰਨ ਕੀ ਸੀ, ਧਿਆਨ ਦਿਓ। ਉਹ ਵੀ ਮਰੀਜ਼ ਨੂੰ ਇਹ ਕਹਿਣਗੇ, ਜਦੋਂ ਤੁਸੀਂ ਬੈਠਣਾ ਹੈ ਤੇ ਤੁਸੀਂ ਵਾਪਸ ਨੂੰ ਗਿਣਤੀ ਕਰੋ, 100 ਤੋਂ 99, 98, 97, 96 ਵੱਲ ਤੁਰਦੇ ਜਾਓ ਤੇ 1 ਤੋਂ ਲੈ ਕੇ 0 ਤੱਕ ਚਲੇ ਜਾਓ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਵੇ ਵੀ ਅੱਗੇ ਗਿਆ ਕਦੀ ਗਿਣਤੀਆਂ ਨਹੀਂ ਮੁੱਕਦੀਆਂ। ਗਿਣਤੀ ਤੇ ਉਦੋਂ ਸਮਾਪਤ ਹੁੰਦੀ ਹੈ ਜਦੋਂ ਬੰਦਾ 1 ਤੋਂ ਪਿੱਛੋਂ ਸੁੰਨ ਵਿੱਚ, 0 ਵਿੱਚ ਚਲਾ ਜਾਏ, ਭਾਵ ਉਸ ਤੋਂ ਅੱਗੇ ਕੁਝ ਨਹੀਂ ਹੈ। ਅੱਜ ਕਬੀਰ ਸਾਹਿਬ ਉਸ ਥਾਂ ਦੀ ਗੱਲ ਕਰਦੇ ਨੇ ਜਿੱਥੇ ਨਾ ਕੁਛ ਆਏ ਬੋ ਨਾ ਕੁਛ ਜਾਏ ਬੋ ਰਾਮ ਕੀ ਦੁਹਾਈ। 0 ਦੀ ਕੀ ਵਿਆਖਿਆ ਕਰਾਂਗੇ? ਨਾ ਉਹਨੂੰ ਗਿਣ ਸਕਨੇ ਆ, ਨਾ 0 ਦੇ ਹਿੱਸੇ ਹੋ ਸਕਦੇ ਨੇ। 1 ਦੀ ਵੀ ਵਿਆਖਿਆ ਹੋ ਸਕਦੀ। ਜਿਹੜਾ 1 ਸ਼ਬਦ ਹੈ ਉਹਨੂੰ ਆਪਾਂ 10 ਹਿੱਸਿਆਂ ਵਿੱਚ ਵੀ ਵੰਡ ਸਕਨੇ ਆ, 4 ਵਿੱਚ ਵੀ, 6 ਵਿੱਚ ਵੀ, 100 ਵਿੱਚ ਵੀ, ਉਹਨੂੰ 200 ਵਿੱਚ ਵੀ ਵੰਡਿਆ ਜਾ ਸਕਦਾ। ਪਰ ਜਿਹੜੀ 0 ਹੈ ਨਾ, 0 ਦੇ ਆਪਾਂ ਟੁਕੜੇ ਨਹੀਂ ਕਰ ਸਕਦੇ, ਉਹਨੂੰ ਹੋਰ ਨਹੀਂ ਤੋੜਿਆ ਜਾ ਸਕਦਾ। ਇਹਦੇ ਅਰਥ ਨੇ ਕਿ ਇਸ ਸਮਸਤ ਦੁਨੀਆ ਦਾ ਆਖਰੀ ਤੱਤ ਜਿਹਨੂੰ ਖੰਡਿਤ ਨਹੀਂ ਕੀਤਾ ਜਾ ਸਕਦਾ, ਸੰਸਾਰ ਦੇ ਵਿਗਿਆਨ ਨੇ ਅੱਜ ਤੱਕ ਉਸ ਸੁੰਨ ਨੂੰ ਤੋੜਨ ਦਾ ਯਤਨ ਕੀਤਾ ਹੈ, ਜਿਹੜਾ ਇਸ ਬ੍ਰਹਿਮੰਡ ਦਾ ਆਖਰੀ ਕਣ ਹੈ, ਪਰ ਕੋਈ ਵੀ ਇਹਨੂੰ ਤੋੜ ਨਹੀਂ ਸਕਿਆ। ਉਸ ਕਣ ਨੂੰ ਇੱਕ ਵਿਗਿਆਨ ਦਾ ਵਿਸ਼ਾ ਹੈ ਕਿ 0 ਜਿਹੜੀ ਹੈ ਇਹਦਾ ਕੋਈ ਥਾਂ ਨਹੀਂ ਪਾ ਸਕਦਾ, ਸੁੰਨ ਦਾ ਕੋਈ ਅੰਤ ਨਹੀਂ ਲੈ ਸਕਦਾ। ਸੁੰਨ ਦੇ ਵਿੱਚ ਹੀ ਜੀਵਨ ਦੀ ਸਮਾਪਤੀ ਹੁੰਦੀ ਹੈ, ਕਿਉਂਕਿ ਜੀਵਨ ਦੀ ਚਰਿਆ ਇੱਥੋਂ ਸ਼ੁਰੂ ਹੋਈ ਸੀ। ਜਿਵੇਂ ਇੱਕ ਬੀਜ ਆਪਣਾ ਸਫ਼ਰ ਸ਼ੁਰੂ ਕਰਦਾ ਹੈ, ਉਹਦੇ ਅੱਗੋਂ ਭਾਵੇਂ ਕਿੰਨੇ ਬੀਜ ਵੱਧਦੇ ਜਾਣ, ਪਰ ਉਹਦੀ ਯਾਤਰਾ ਇੱਕ ਬੀਜ ਤੋਂ ਸ਼ੁਰੂ ਹੋਈ ਹੈ। 0 ਦੇ ਭਾਵ ਵੀ ਬਣਦੇ ਨੇ। ਕਬੀਰ ਸਾਹਿਬ ਕਹਿੰਦੇ ਨੇ, ਕਿਸੇ ਸਵਾਲ ਕੀਤਾ ਹੈ, ਇਸ ਅਫੁਰ ਅਵਸਥਾ ਵਿੱਚ ਕਿਵੇਂ ਜਾਇਆ ਜਾਏ, ਇਸ ਸੁੰਨ ਵਿੱਚ ਕਿਵੇਂ ਜਾਇਆ ਜਾਏ।
ਜਿੱਥੇ ਕੋਈ ਵੀ ਵਿਚਾਰ ਨਹੀਂ ਉੱਠਦਾ, ਜਿੱਥੇ ਕੋਈ ਤਰੰਗ ਨਹੀਂ ਉੱਠਦੀ, ਕੋਈ ਖਿਆਲ ਨਹੀਂ ਉੱਠਦਾ, ਜਿਵੇਂ ਇੱਕ ਟਿਕਿਆ ਹੋਇਆ ਸਰੋਵਰ ਜਦੋਂ ਹਵਾ ਨਹੀਂ ਵਗਦੀ ਤੇ ਪਾਣੀ ਇਉਂ ਹੋ ਜਾਂਦਾ ਜਿਵੇਂ ਪੱਥਰ ਦਾ ਬਣਿਆ ਹੋਇਆ ਹੈ। ਮਨ ਹੈ ਤਾਂ ਨਰਮ, ਪਰ ਜਦੋਂ ਇਥੋਂ ਵਿਚਾਰਾਂ ਦੀ ਹਨੇਰੀ ਖਤਮ ਹੋ ਜਾਂਦੀ ਏ, ਉਸ ਵੇਲੇ ਮਨ ਨਰਮ ਹੋਣ ਦੇ ਬਾਵਜੂਦ